subscribe our channel and press the bell icon ताकि कोई भी नवी अपडेट तुसी मिस ना करो। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਪੁਨੀਤ ਤੇ ਅਸੀਂ ਲਗਾਤਾਰ ਤੁਹਾਡੇ ਸਾਹਮਣੇ ਕਿਸਾਨ ਸੰਘਰਸ਼ ਦੀ, ਕਿਸਾਨ ਅੰਦੋਲਨ ਦੀ ਇੱਕ ਤਸਵੀਰ ਜਿਹੜੀ ਹੈ ਲਗਾਤਾਰ ਲੈ ਕੇ ਸਾਹਮਣੇ ਆ ਰਹੇ ਹਾਂ ਤੇ ਕਿਸੇ ਵੀ ਤਰੀਕੇ ਨਾਲ ਜਿਹਨੂੰ ਕਹਿੰਦੇ ਆ ਨਾ ਕਿ ਫਿਲਟਰ ਕਰਕੇ ਚੀਜ਼ਾਂ ਅਸੀਂ ਨਹੀਂ ਦਿਖਾ ਰਹੇ, ਅਸੀਂ ਅਨਫਿਲਟਰਡ ਦਿਖਾ ਰਹੇ ਹਾਂ। ਯਾਨੀ ਕਿ ਜਿਸ ਤਰ੍ਹਾਂ ਦਾ ਜੋ ਸੱਚ ਹੈ ਅਸੀਂ ਉਹੀ ਸਾਹਮਣੇ ਲੈ ਕੇ ਆ ਰਹੇ ਹਾਂ। ਆਪਣੇ ਵੱਲੋਂ ਕੋਸ਼ਿਸ਼ ਇਹੀ ਹੈ ਕਿ ਹਰ ਇੱਕ ਪੱਖ ਜਿਹੜਾ ਹੈ ਉਸਦੀ ਘੋਖ ਕੀਤੀ ਜਾਏ ਤਾਂ ਤੁਹਾਨੂੰ ਦਿਖਾਇਆ ਜਾਏ, ਕਿਉਂਕਿ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਗਲਤ ਵੀ ਹੋ ਜਾਂਦੀਆਂ ਨੇ, ਬਹੁਤ ਸਾਰੀਆਂ ਗੱਲਾਂ ਅਜਿਹੀਆਂ ਵੀ ਹੋ ਜਾਂਦੀਆਂ ਨੇ ਜਿਹੜੀਆਂ ਕਿ ਸਿਰਫ ਵੇਖਣ 'ਚ ਠੀਕ ਲੱਗਦੀਆਂ ਨੇ ਪਰ ਉਹ ਠੀਕ ਹੁੰਦੀਆਂ ਨਹੀਂ। ਸੋ ਹਰ ਪੱਖ ਜਿਹੜਾ ਹੈ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਹਰ ਪੱਖ ਜਿਹੜਾ ਹੈ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਹਿਮਾਇਤ ਜਿਹੜੀ ਹੈ ਇਸ ਮਹਾ ਅੰਦੋਲਨ ਨੂੰ, ਮਹਾ ਸੰਘਰਸ਼ ਨੂੰ ਵੱਖ-ਵੱਖ ਤਰੀਕੇ ਨਾਲ ਮਿਲ ਰਹੀ ਹੈ। ਜੇ ਅਸੀਂ ਕੁਝ ਇੱਕ ਮੀਡੀਆ ਇੰਡਸਟਰੀ ਦੀ ਗੱਲ ਕਰੀਏ, ਉਸ ਵੱਲੋਂ ਵੀ ਕਿਤੇ ਨਾ ਕਿਤੇ ਕਿਸੇ ਹੱਦ ਤੱਕ ਹਿਮਾਇਤ ਇਸ ਤਰ੍ਹਾਂ ਨਾਲ ਮਿਲ ਰਹੀ ਹੈ ਸੱਚ ਦਿਖਾ ਕੇ। ਬਾਕੀ ਜਿਹੜੇ ਸੇਵਾ ਕਰਨ ਵਾਲੇ ਨੇ, ਲੰਗਰ ਪਾਣੀ ਦੀ ਸੇਵਾ ਕਿਸ ਤਰ੍ਹਾਂ ਹੋ ਰਹੀ ਹੈ, ਸਭ ਸਾਰੇ ਜਾਣਦੇ ਹੈਗੇ ਨੇ। ਪਰ ਇੱਕ ਹਿਮਾਇਤ ਬੜੀ ਅਜਬ, ਬੜੀ ਅਦਭੁਤ ਹਿਮਾਇਤ ਜਿਹੜੀ ਉਹ ਸਾਹਮਣੇ ਆਈ ਤੇ ਉਹ ਜਦੋਂ ਹਿਮਾਇਤ ਸਾਹਮਣੇ ਆਈ ਤੇ ਉਹ ਸਾਰੇ ਅਖਬਾਰਾਂ ਦੀ, ਸਾਰੇ ਚੈਨਲਸ ਦੀ ਹੈਡਲਾਈਨ ਬਣ ਗਈ। ਤੇ ਅਸੀਂ ਸੋਚਿਆ ਕਿ ਇਸ ਬਾਬਤ ਜ਼ਰਾ ਅਸੀਂ ਤਰਤੀਬ ਨਾਲ ਵੀ ਗੱਲ ਕਰੀਏ ਤੇ ਤਫਸੀਲ ਨਾਲ ਵੀ ਗੱਲ ਕਰੀਏ, ਕਿਉਂਕਿ ਜ਼ਰੂਰੀ ਹੋ ਜਾਂਦਾ ਹੈ ਗੱਲ ਦੀ ਬਿਲਕੁਲ ਜਿਹਨੂੰ ਕਹਿੰਦੇ ਨਾ ਘੋਖ ਕਰਨੀ ਤੇ ਉਹਦੀ ਡੈਪਥ ਤੱਕ ਜਾਣਾ। ਤੇ ਸਾਡੇ ਨਾਲ ਡੀਆਈਜੀ ਪ੍ਰਿਜ਼ਨਸ ਨੇ ਇਸੇ ਕੜੀ ਵਿੱਚ ਗੱਲ ਕਰਨੀ ਹੈਗੀ ਆ ਲਖਮਿੰਦਰ ਸਿੰਘ ਜਾਖੜ। ਅਸੀਂ ਪਹਿਲਾਂ ਸਵਾਗਤ ਕਰ ਲੈਣੇ ਸਵਾਲ ਬਾਅਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ, ਮੈਂ ਸਭ ਤੋਂ ਪਹਿਲਾਂ ਤੇ ਇੱਕ ਤਰ੍ਹਾਂ ਦੀ ਮੈਨੂੰ ਇਹ ਵੀ ਨਹੀਂ ਸਮਝ ਆ ਰਿਹਾ ਕਿ ਮੈਂ ਤੁਹਾਨੂੰ ਵਧਾਈ ਦੇਵਾਂ, ਮੈਂ ਕਿਸ ਤਰ੍ਹਾਂ ਦੇ ਨਾਲ ਇਸ ਚੀਜ਼ ਨੂੰ ਸੰਬੋਧਿਤ ਕਰਾਂ, ਕਿਉਂਕਿ ਕੰਮ ਜਿਹੜਾ ਹੈ ਇਹ ਬਹੁਤ ਸੋਹਣਾ ਕੀਤਾ ਆ। ਦਿਲ ਚੋਂ ਜਦੋਂ ਆਵਾਜ਼ ਨਿਕਲੀ, ਪਹਿਲੀ ਆਵਾਜ਼ ਸੁਣ ਕੇ ਇੰਨੀ ਵੱਡੀ ਪੋਸਟ ਛੱਡ ਦੇਣਾ ਇਹ ਕੋਈ ਛੋਟੀ ਗੱਲ ਨਹੀਂ ਹੁੰਦੀ, ਕਿਉਂਕਿ ਹਿਮਾਇਤ ਬਹੁਤ ਸੋਹਣੀ ਹੈਗੀ ਆ। ਪਰ ਕਿਤੇ ਨਾ ਕਿਤੇ ਆਪਣੀਆਂ ਸਰਵਿਸਿਜ਼ ਤੋਂ ਕਿਨਾਰਾ ਕਰ ਲੈਣਾ, ਇਸ ਗੱਲ ਨੂੰ ਲੈ ਕੇ ਬਹੁਤ ਸਾਰੇ ਸਵਾਲ ਵੀ ਜ਼ਰੂਰ ਉੱਠਦੇ ਹੋਣਗੇ। ਸੋ ਇਸ ਪੂਰੇ ਫਰੇਮ ਨੂੰ ਤੁਸੀਂ ਕਿੱਦਾਂ ਦੇਖਦੇ ਹੈਗੇ? ਬਿਕਾਜ਼ ਮੈਂ ਜਿਹੜਾ ਵੀ ਤੁਹਾਡੇ ਬਾਰੇ ਪੜ੍ਹਿਆ ਜਾਣਿਆ, ਤੁਸੀਂ ਇਹ ਕਹਿੰਦੇ ਹੋ ਕਿ ਮੈਂ ਫਾਰਮਰ ਪਹਿਲਾਂ ਆ ਤੇ ਆਫਿਸਰ ਬਾਅਦ ਚ ਆ, ਤੇ ਅਜੇ ਵੀ ਇੱਥੇ ਹੀ ਖੜੇ ਹੋ ਜੀ। ਹਾਂ ਮੈਮ, ਬਾਈ ਬਰਥ ਮੈਂ ਫਾਰਮਰ ਸੀ, ਮੇਰੀ ਫੈਮਿਲੀ ਵੀ ਫਾਰਮਰ ਸੀ। ਮੇਰੇ ਫਾਦਰ ਸਾਹਿਬ ਖੇਤੀ ਕਰਾਉਂਦੇ ਸੀ ਤੇ ਉਹਨਾਂ ਦੀ ਖੇਤੀ ਦੇ ਵਿੱਚ ਮਿਹਨਤ ਕੀਤੀ ਜੋ ਉਹਨਾਂ ਨੇ ਸਾਰੀ ਉਮਰ, ਉਸੇ ਕਰਕੇ ਮੈਂ ਐਜੂਕੇਸ਼ਨ ਪ੍ਰਾਪਤ ਕੀਤੀ। ਔਰ ਅੱਜ ਜੋ ਰੈਂਕ ਤੇ ਸੀ ਮੈਂ, ਜਾਂ ਮੈਂ ਪਹਿਲਾਂ ਇੰਡੀਅਨ ਆਰਮੀ ਵਿੱਚ ਸਰਵ ਕੀਤਾ, ਸਾਰੀ ਉਹਨਾਂ ਦੀ ਅਣਥੱਕ ਮਿਹਨਤ ਕਰਕੇ ਉਹਨਾਂ ਨੇ ਜੋ ਮੇਰੀਆਂ ਫੀਸਾਂ ਵਗੈਰਾ ਭਰੀਆਂ ਉਹਨਾਂ ਕਰਕੇ ਸੀ। ਔਰ ਤੁਸੀਂ ਸਮਝੋ ਕਿ ਪਰੰਤੂ ਮੈਂ ਖੇਤੀ ਨਾਲ ਲਗਾਤਾਰ ਜੁੜਿਆ ਰਿਹਾ, ਕਿਤੇ ਮੈਂ ਖੇਤੀ ਨਾਲੋਂ ਵੱਖ ਨਹੀਂ ਹੋਇਆ, ਮੈਂ ਆਪਦੀ ਰੂਟਸ ਨਾਲੋਂ ਵੱਖ ਨਹੀਂ ਹੋਇਆ। ਜਦੋਂ ਵੀ ਟਾਈਮ ਲੱਗਦਾ ਸੀ ਜਾਂ ਜਦੋਂ ਵੀ ਮੇਰੀ ਛੁੱਟੀ ਹੁੰਦੀ ਸੀ ਮੈਂ ਆਪਦੇ ਪਿੰਡ ਜਾਂਦਾ ਸੀ। ਮੈਂ ਕਿਤੇ ਹੌਲੀਡੇ ਟੂਰਿੰਗ ਤੇ ਨਹੀਂ ਗਿਆ, ਮੈਂ ਆਪਦੇ ਪਿੰਡਾਂ 'ਚ ਹੀ ਜਾਂਦਾ, ਆਪਦੇ ਖੇਤ ਹੀ ਜਾਂਦਾ ਸੀ ਸਦਾ। ਖੇਤਾਂ ਨਾਲ, ਆਪਦੇ ਪਿੰਡ ਨਾਲ ਮੈਨੂੰ ਬਹੁਤ ਪਿਆਰ ਹੈ। ਤੇ ਦੱਸਣਾ ਚਾਹਾਂਗਾ, ਮੇਰਾ ਪਿੰਡ ਅਬੋਹਰ ਕੋਲ ਹੈ, ਕਿੱਲਿਆਂ ਵਾਲੀ ਪਿੰਡ ਹੈ। ਅਬੋਹਰ ਕੋਲੇ ਇੰਟਰਨੈਸ਼ਨਲ ਬਾਰਡਰ ਦੇ ਤਕਰੀਬਨ ਪਾਸ, ਪਾਕਿਸਤਾਨ ਇੰਡੀਆ ਬਾਰਡਰ ਦੇ ਉੱਤੇ ਹੀ ਹੈ। 10 ਕਿਲੋਮੀਟਰ ਮੇਰਾ ਪਿੰਡ ਪੈਂਦਾ ਜੀ। ਤੇ ਜੀ ਜਦੋਂ ਤੁਸੀਂ ਤੁਹਾਨੂੰ ਲੱਗਿਆ ਇਸ ਤਰ੍ਹਾਂ, ਕਿਉਂਕਿ ਤੁਸੀਂ ਇੱਕ ਸਿਸਟਮ 'ਚ ਹੈਗੇ ਹੋ ਤੇ ਸਿਸਟਮ 'ਚ ਰਹਿੰਦਿਆਂ ਹੋਇਆ ਤੁਹਾਨੂੰ ਇਹ ਲੱਗਿਆ ਕਿ ਸਿਸਟਮ ਉਸ ਤਰ੍ਹਾਂ ਵਰਕ ਨਹੀਂ ਕਰ ਰਿਹਾ ਜਿਸ ਤਰ੍ਹਾਂ ਉਹਨੂੰ ਕਰਨਾ ਚਾਹੀਦਾ, ਤੁਹਾਨੂੰ ਇਹ ਲੱਗਿਆ ਕਿ ਜਿਸ ਤਰ੍ਹਾਂ ਨਾਲ ਕਿਸਾਨਾਂ ਦੀ ਸੁੱਧ ਲੈਣੀ ਚਾਹੀਦੀ ਹੈ ਉਸ ਤਰ੍ਹਾਂ ਨਾਲ ਨਹੀਂ ਲਈ ਜਾ ਰਹੀ, ਤੁਹਾਨੂੰ ਇਹ ਲੱਗਿਆ ਕਿ ਜਿਹੜੀ ਮੀਟਿੰਗ ਦਰ ਮੀਟਿੰਗ, ਤਰੀਕ ਦਰ ਤਰੀਕ ਪਾਈ ਜਾ ਰਹੀ ਹੈ, ਇਹ ਕਿਸਾਨਾਂ ਨਾਲ ਧੱਕਾ ਹੋ ਰਿਹਾ ਹੈ, ਤੁਹਾਨੂੰ ਇਹ ਲੱਗਿਆ ਜਾਂ ਕਿ ਕਿਸਾਨ ਜਿਹੜੇ ਨੇ ਉਹ ਰਾਤ ਨੂੰ ਪਾਲੇ 'ਚ ਪਏ ਹੋਏ ਨੇ, ਕੋਈ ਉਹਨਾਂ ਦੀ ਸਾਰ ਨਹੀਂ ਲੈ ਰਿਹਾ, ਜਾਂ ਤੁਹਾਨੂੰ ਇਹ ਲੱਗਿਆ ਕਿ ਇਹ ਆਵਾਜ਼ ਸੁਣੀ ਹੀ ਨਹੀਂ ਜਾਏਗੀ? ਮੈਡਮ, ਜੋ ਤੁਸੀਂ ਕਿਹਾ ਸਾਰਾ ਕੁਛ ਹੀ ਲੱਗਿਆ। ਕੁਛ ਜਜ਼ਬਾਤ ਵੀ ਸਨ, ਪਰੰਤੂ ਤੁਸੀਂ ਦੇਖੋ ਵੀ ਕਿਸਾਨ ਉੱਥੇ ਸਰਦੀ ਵਿੱਚ ਬੈਠੇ ਹਨ, ਬਜ਼ੁਰਗ ਹਨ, ਮਾਤਾਵਾਂ ਹਨ, ਉੱਥੇ ਬੱਚੇ ਹਨ ਜਿਹੜੇ ਉੱਥੇ ਲਗਾਤਾਰ ਬੈਠੇ ਹੋਏ ਹਨ। ਇਹ ਇੱਕ ਇਸ਼ੂ ਹੈ ਜਿਹੜਾ ਹੈ। ਪਰੰਤੂ ਸਿਰਫ ਜੇ ਬੈਠਣ ਦੀ ਗੱਲ ਹੈ, ਇਸ ਤੋਂ ਉੱਤੇ ਉੱਠ ਕੇ ਚੱਲੀਏ ਤਾਂ ਇਹ ਸਾਡੀਆਂ ਫਸਲਾਂ ਦੀ ਕੀਮਤਾਂ ਦੀ, ਔਰ ਅੱਗੇ ਸਾਡੇ ਜੋ ਅਸੀਂ ਬੱਚਿਆਂ ਨੂੰ ਵਿਰਾਸਤ ਦੇਣੀ ਹੈ ਖੇਤੀ ਦੀ, ਉਹ ਸਾਰੇ ਨਾਲ ਹੀ ਧੱਕਾ ਹੈ। ਤੇ ਇਹ ਤੁਸੀਂ 20 ਦਿਨ ਕਹਿ ਰਹੇ ਹੋ, 20 ਦਿਨਾਂ ਤੋਂ ਤੱਕ ਬੈਠੇ ਹਨ ਉੱਥੇ ਕਿਸਾਨ। ਪਰ ਕਿਸਾਨ ਪਹਿਲਾਂ ਪੰਜਾਬ ਦੀ ਰੇਲਵੇ ਟਰੈਕਸ ਤੇ ਬੈਠੇ ਸਨ, ਉਸ ਤੋਂ ਬਾਅਦ ਇਹ ਦਿੱਲੀ ਚਲੇ ਗਏ ਤੇ ਕਿਸੇ ਨੇ ਉਹਨਾਂ ਦੀ ਉੱਥੇ ਸੁੱਧ ਨਹੀਂ ਲਈ ਹੈ। ਤੇ ਦੇਖੋ ਜਿਹੜੀ ਕਿਸਾਨ ਲੀਡਰਸ਼ਿਪ ਹੈ ਉਹਨਾਂ ਨੇ ਕੇਸ ਪ੍ਰੋਜੈਕਟ ਕਰ ਦਿੱਤਾ ਹੈ ਸਰਕਾਰ ਕੋਲ, ਯੂਨੀਅਨ ਗਵਰਨਮੈਂਟ ਆਫ ਇੰਡੀਆ ਕੋਲੇ,
ਬੜੀਆਂ ਸਾਰੀਆਂ ਜੀ ਮੀਟਿੰਗਾਂ ਹੋ ਗਈਆਂ, ਉਹਨਾਂ ਵੱਲੋਂ ਵਿਸਥਾਰ ਨਾਲ ਡਿਸਕਸ ਹੋ ਗਿਆ ਔਰ ਔਨ ਮੀਡੀਆ ਔਨ 에ਅਰ ਇਹ ਗੱਲਾਂ ਸਾਹਮਣੇ ਆ ਗਈਆਂ ਕਿ ਕੁਝ ਬਹੁਤ ਸਾਰੀਆਂ ਤਰੁੱਟੀਆਂ ਸਨ। ਇਸ ਤੋਂ ਇਲਾਵਾ ਜਿਹੜਾ ਕੌਨਸਟੀਟਿਊਸ਼ਨਲੀ ਹੈ ਇਹ ਸਟੇਟ ਸਬਜੈਕਟ ਹੈ ਐਗਰੀਕਲਚਰ ਸਾਡੇ ਕੌਨਸਟੀਟਿਊਸ਼ਨ ਮੁਤਾਬਕ, ਤਾਂ ਇਹ ਐਕਚੁਅਲੀ ਪਤਾ ਨਹੀਂ ਪਾਸ ਕਿਵੇਂ ਹੋ ਗਿਆ ਇਨ ਦ ਨੇਮ ਆਫ ਟ੍ਰੇਡ ਐਂਡ ਕਮਰਸ, ਬਟ ਇਹ ਆਉਣਾ ਚਾਹੀਦਾ ਸੀ ਐਗਰੀਕਲਚਰ, ਤੇ ਇਹ ਸਟੇਟਸ ਨੂੰ ਇਹਦੇ ਬਾਰੇ ਕਾਲ ਲੈਣੀ ਚਾਹੀਦੀ ਸੀ। ਹਰ ਸਟੇਟ ਦੀ ਅੱਡ ਰਿਕੁਆਇਰਮੈਂਟ ਹੈ ਤੇ ਅੱਡ ਰਿਕੁਆਇਰਮੈਂਟ ਤੇ ਆਪਦੀ ਫਾਰਮਰਸ ਦੀ ਨੀਡ ਦੇ ਹਿਸਾਬ ਨਾਲ ਇਹ ਕੇਸ ਬਣਾਉਣਾ ਚਾਹੀਦਾ ਸੀ ਸਟੇਟ ਵਾਈਜ਼। ਜੀ ਸਰਕਾਰ ਤੋਂ ਹੋ ਸਕਦਾ ਸਰਕਾਰ ਕੁਛ ਚਾਹੁੰਦੀ ਹੁੰਦੀ ਇਸ ਬਾਰੇ ਤਾਂ ਉਹ ਆਪਦੀ ਪਾਲਿਸੀ ਇੱਕ ਗਾਈਡਿੰਗ ਪ੍ਰਿੰਸੀਪਲਸ ਭੇਜ ਸਕਦੀ ਸੀ, ਬਟ ਕਾਲ ਮੇਰੇ ਹਿਸਾਬ ਨਾਲ ਸਟੇਟਸ ਨੂੰ ਲੈਣੀ ਚਾਹੀਦੀ ਸੀ ਫਾਈਨਲ। ਸੋ ਓਵਰਆਲ ਇਹ ਸਾਰਾ ਜਿਹੜਾ ਬਣਿਆ ਹੈ ਹੁਣ ਇਸੇ ਕਰਕੇ ਬਣਿਆ ਕਿ ਕਿਸਾਨਾਂ ਨੂੰ ਲੱਗ ਰਿਹਾ ਹੈ ਕਿ ਇਹ ਕਾਫੀ ਵੱਡੀ ਪ੍ਰੋਬਲਮ ਹੈ। ਜੀ ਜੀ ਕੁਝ ਜਿਹੜੀ ਕਿ ਹੁਣ ਮੈਂ ਗੱਲ ਕਰਨ ਲੱਗੀ ਹਾਂ, ਹੋ ਸਕਦਾ ਹੈ ਕਿ ਥੋੜੀ ਜੀ ਨਾ ਪਸੰਦ ਵੀ ਆਏ, ਪਰ ਮੈਨੂੰ ਇਹ ਗੱਲ ਕਰਨੀ ਹੋਏਗੀ ਕਿਉਂਕਿ ਜੇ ਸੱਚ ਦਿਖਾਉਣਾ ਤੇ ਪੂਰਾ ਦਿਖਾਉਣਾ ਤੇ ਇਸ 'ਚ ਤੁਹਾਡੀ ਕਲੈਰੀਫਿਕੇਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਆ। ਕਿਹਾ ਜਾ ਰਿਹਾ ਹੈ, ਖਬਰਾਂ ਇਸ ਤਰ੍ਹਾਂ ਨਿਕਲਦੀਆਂ ਕਿ ਤੁਹਾਡੀ ਪਹਿਲਾਂ ਸਸਪੈਂਸ਼ਨ ਹੋਈ, ਕੁਝ ਕਰਪਸ਼ਨ ਚਾਰजेस ਸੀਗੇ ਉਹ ਸੀਗੇ, ਤੇ ਜਦੋਂ ਕਰਪਸ਼ਨ ਚਾਰजेस ਦੀ ਗੱਲ ਆਉਂਦੀ, ਸਸਪੈਂਸ਼ਨ ਦੀ ਗੱਲ ਆਉਂਦੀ ਹੈ, ਹਾਲਾਂਕਿ ਤੁਹਾਡੀ ਮੁੜ ਬਹਾਲੀ ਜਿਹੜੀ ਹੈ ਹੋ ਗਈ ਹੋਈ ਸੀ, ਪਰ ਖਬਰ ਇਹ ਹੈ ਕਿ ਡਿਪਾਰਟਮੈਂਟ ਨੇ ਤੁਹਾਡੇ ਖਿਲਾਫ ਜਿਹੜਾ ਕੇਸ ਹੈ ਕਲੋਜ਼ ਨਹੀਂ ਕੀਤਾ ਹੈਗਾ, ਜੇ ਸ਼ਟ ਨਹੀਂ ਕੀਤਾ ਹੈਗਾ। ਸੋ ਅਜਿਹੇ ਵਿੱਚ ਬਹੁਤ ਸਾਰੇ ਇਲਜ਼ਾਮ ਕੁਝ ਇਸ ਤਰ੍ਹਾਂ ਵੀ ਕਹਿ ਰਹੇ ਨੇ, ਇਸ ਤਰ੍ਹਾਂ ਵੀ ਆ ਰਹੇ ਨੇ ਜਿਹੜੇ ਕਿ ਇਹ ਕਹਿੰਦੇ ਨੇ ਕਿ ਜੀ ਕਰਪਸ਼ਨ ਚਾਰजेस ਨੂੰ ਕਿਸੇ ਤਰ੍ਹਾਂ ਨਾਲ ਆਪਣਾ ਦਾਮਨ ਪਾਕ ਸਾਫ਼ ਕਰਨ ਲਈ DIG ਸਾਹਿਬ ਵੱਲੋਂ ਇਹ ਫੈਸਲਾ ਜਿਹੜਾ ਹੈ ਲਿਆ ਗਿਆ ਤਾਂ ਕਿ ਮਤਲਬ ਮੈਨੂੰ ਕਿਤੇ ਨਾ ਕਿਤੋਂ ਲਾਈਮਲਾਈਟ ਮਿਲ ਜਾਏ, ਕੋਈ ਸੌਫਟ ਕਾਰਨਰ ਜਿਹੜਾ ਹੈ ਉਹ ਮਿਲ ਜਾਏ ਤੇ ਇਹ ਚੀਜ਼ ਜਿਹੜੀ ਹੈ ਕਿਤੇ ਨਾ ਕਿਤੇ ਦਬ ਜਾਏ। ਮੈਡਮ ਮੇਰੀ 5-6 ਸਾਲ ਆਰਮੀ ਦੀ ਨੌਕਰੀ ਹੈ ਔਰ 25 ਸਾਲ ਇਸ ਡਿਪਾਰਟਮੈਂਟ ਦੀ ਹੈ। 25 ਸਾਲਾਂ ਵਿੱਚ ਕਿਤੇ ਕਾਗਜ਼ ਤੇ ਲਿਖ ਕੇ ਕੋਈ ਸ਼ਿਕਾਇਤ ਤੱਕ ਨਹੀਂ ਆਈ ਸੀ ਮੇਰੀ, ਔਰ ਆਹ ਜਿਹੜਾ ਹੁਣ ਤੁਸੀਂ ਕਹਿ ਰਹੇ ਹੋ ਇਸ ਮਾਮਲੇ ਵਿੱਚ ਵੀ ਸ਼ਿਕਾਇਤ ਕੋਈ ਨਹੀਂ ਆਈ ਹੈ, ਕੋਈ ਰਿਟਨ ਨਹੀਂ ਆਇਆ ਹੈ, ਕੋਈ ਵੀ ਰਿਟਨ ਕਿਸੇ ਨੇ ਕੰਪਲੇਂਟ ਨਹੀਂ ਕੀਤੀ ਹੈ, ਬਟ ਫਿਰ ਵੀ ਮੈਂ ਇਨਕੁਆਇਰੀ ਫੇਸ ਕੀਤੀ ਹੈ ਔਰ ਇਨਕੁਆਇਰੀ ਹੋ ਚੁੱਕੀ ਹੈ। ਤੇ ਇਨਕੁਆਇਰੀ ਡਨ ਹੈ ਮਤਲਬ? ਹਾਂ ਇਨਕੁਆਇਰੀ ਡਨ ਹੈ, ਬਟ ਉਸ ਤੋਂ ਪਹਿਲਾਂ ਹੀ ਮੈਂ ਬਹਾਲ ਹੋ ਚੁੱਕਿਆ ਤੇ ਐਸੀ ਕੋਈ ਗੱਲ ਨਹੀਂ ਹੈ ਵੀ ਉਹ ਚਾਰजेस ਹੈ। ਜੇ ਫਿਰ ਇੱਕ ਇਸ ਬਾਰੇ ਕਵਾਂ ਤਾਂ ਇਹ ਬਿਲਕੁਲ ਬੋਗਸ ਬਣਾਈ ਹੋਈ ਗੱਲ ਹੈ, ਤੇ ਜੇ ਇਸ ਨੂੰ ਹੋਰ ਪ੍ਰੋਲੋਂਗ ਹੋਏਗਾ ਤਾਂ ਫਿਰ ਆਈਲ ਟੇਕ ਦ ਲੀਗਲ ਰੈਮੇਡੀ ਆਲਸੋ। ਹਾਈ ਕੋਰਟ ਵਗੈਰਾ ਜਾਣ ਦਾ ਪ੍ਰਾਵਧਾਨ ਹੁੰਦਾ ਤਾਂ ਮੈਨੂੰ ਉਸ ਕੋਈ ਨਹੀਂ ਹੈ। ਹਾਂ ਲੋਕ ਜ਼ਰੂਰ ਕਹਿ ਰਹੇ, ਲੋਕਾਂ ਨੂੰ ਕਹਿਣ ਨੂੰ ਗੱਲਾਂ ਚਾਹੀਦੀਆਂ, ਇਹੋ ਜਿਹੀ ਗੱਲ ਨਹੀਂ ਹੈ ਕਿ ਮੈਂ ਇਸ ਚੀਜ਼ ਨੂੰ ਤਾਂ ਟੇਕਅਪ ਕੀਤਾ ਕਿਉਂਕਿ ਮੈਂ ਕਿਸੇ ਚੀਜ਼ ਤੋਂ ਬਚਣਾ ਚਾਹੁੰਦਾ ਸੀ। ਸੱਚ ਪੁੱਛੋ ਮੇਰੇ ਖਿਲਾਫ ਕੁਛ ਹੈ ਹੀ ਨਹੀਂ ਪ੍ਰੂਫ ਕਰਨ ਨੂੰ, ਔਰ ਕਿਸੇ ਕੋਲੇ ਮੇਰੇ ਖਿਲਾਫ ਕੋਈ ਰਿਟਨ ਸ਼ਿਕਾਇਤ ਨਹੀਂ ਹੈ, ਕੋਈ ਹਲਫੀਆ ਬਿਆਨ ਨਹੀਂ ਹੈ, ਕੁਛ ਵੀ ਨਹੀਂ ਹੈ ਔਨ ਰਿਕਾਰਡ। ਜੀ ਕਦੋਂ ਕੁ ਲੱਗਾ ਤੁਹਾਨੂੰ ਕਦੋਂ ਕੁ ਲੱਗਿਆ ਕਿ ਕਿਉਂਕਿ ਦੇਖੋ ਜਿਹੜੇ ਸਪੋਰਟਸ ਪਰਸਨਸ ਨੇ, ਕਲਾਕਾਰ ਨੇ, ਉਹ ਆਪਣੇ ਮੈਡਲਸ ਵਾਪਸ ਕਰ ਰਹੇ ਨੇ, ਸਿਆਸਤਦਾਨ ਜਿਹੜੇ ਨੇ ਜਿਵੇਂ ਪ੍ਰਕਾਸ਼ ਸਿੰਘ ਬਾਦਲ ਨੇ ਉਹ ਪਦਮ ਸ਼੍ਰੀ ਦੇ ਰਹੇ ਨੇ, ਪਦਮ ਭੂਸ਼ਣ ਜਿਹੜਾ ਆਪਣਾ ਵਾਪਸ ਕਰ ਰਹੇ ਨੇ। ਸੋ ਵੱਖਰੇ ਤਰੀਕੇ ਦੇ ਨਾਲ ਮੁਖਾਲਫਤ ਜਿਹੜੀ ਆ ਉਹ ਸਾਹਮਣੇ ਆ ਰਹੀ ਹੈ, ਵੱਖਰੇ ਤਰੀਕੇ ਦੇ ਨਾਲ ਹਿਮਾਇਤ ਜਿਹੜੀ ਆ ਉਹ ਸਾਹਮਣੇ ਆ ਰਹੀ ਹੈਗੀ ਆ, ਤੇ ਤੁਹਾਨੂੰ ਕੀ ਲੱਗਿਆ ਕਿ ਵਾਸ ਦਿਸ ਦ ਬੈਸਟ ਵੇ ਟੂ ਸ਼ੋ ਕਿ ਇਹ ਮਤਲਬ ਜੋ ਹੋ ਰਿਹਾ ਸਹੀ ਨਹੀਂ ਹੋ ਰਿਹਾ? ਤੁਹਾਨੂੰ ਲੱਗਿਆ ਕਿ ਇਹ ਠੀਕ ਤਰੀਕਾ ਹੈਗਾ? ਬਿਕਾਜ਼ ਸਿਸਟਮ 'ਚ ਰਹਿ ਕੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਬਦਲੀਆਂ ਜਾ ਸਕਦੀਆਂ ਨੇ, ਤੁਹਾਡੇ ਹੱਥ 'ਚ ਫਿਰ ਵੀ ਬਹੁਤ ਸਾਰੀਆਂ ਚੀਜ਼ਾਂ ਰਹਿੰਦੀਆਂ। ਇਸ ਤਰ੍ਹਾਂ ਤੁਸੀਂ ਬਿਲਕੁਲ ਸਿਸਟਮ ਤੋਂ ਬਾਹਰ ਹੋ ਜਾਓਗੇ, ਇਸ ਤਰ੍ਹਾਂ ਤੇ ਮਤਲਬ ਚੀਜ਼ਾਂ ਤੁਸੀਂ ਚੇਂਜ ਨਹੀਂ ਕਰ ਸਕਦੇ, ਬਿਕਾਜ਼ ਤੁਸੀਂ ਕਿਸੇ ਤਰੀਕੇ ਨਾਲ ਜੇ ਅਸੀਂ ਗੱਲ ਕਰੀਏ ਕਿਸੇ ਤਰ੍ਹਾਂ ਨਾਲ ਕਿਉਂ ਹਰ ਤਰ੍ਹਾਂ ਨਾਲ ਤੁਸੀਂ ਮਨੁੱਖਤਾ ਦੇ ਸੇਵਾ ਵਾਸਤੇ ਵਚਨਬੱਧ ਹੈਗੇ ਹੋ, ਤੇ ਏਦਾਂ ਕਰਕੇ ਤੁਹਾਨੂੰ ਲੱਗਿਆ ਕਿ ਵਾਸ ਦਿਸ ਦ ਰਾਈਟ ਡਿਸੀਜਨ? ਮੈਡਮ ਦੇਖੋ, ਜਦੋਂ ਅਸੀਂ ਨੌਕਰੀ ਵਿੱਚ ਹਾਂ, ਅਸੀਂ ਯੂਨੀਫਾਰਮ ਪਾਉਂਦੇ ਹਾਂ ਤਾਂ ਅਸੀਂ ਕਈ ਵਾਰ ਕਾਫੀ ਚੀਜ਼ਾਂ ਐਸੀਆਂ ਹੋ ਜਾਂਦੀਆਂ ਜਿਨ੍ਹਾਂ ਨੂੰ ਦੇਖ ਕੇ ਅਣਡਿੱਠ ਕਰਨਾ ਪੈਂਦਾ ਹੈ, ਔਰ ਕਿਉਂਕਿ ਅਸੀਂ ਇੱਕ ਡਿਸਿਪਲਿਨ ਦੇ ਵਿੱਚ, ਇੱਕ ਜ਼ਾਬਤੇ ਵਿੱਚ ਰਹਿਣਾ ਹੁੰਦਾ ਹੈ, ਤੇ ਜਿਹੜੇ ਸਾਡੇ ਰੂਲਸ ਹਨ, you cannot become part to any protest or any agitation if you are while in service, ਤੇ ਤੁਸੀਂ ਕਿਸੇ ਵੀ ਇਹਨਾਂ ਚੀਜ਼ਾਂ ਵਿੱਚ ਤੁਹਾਡੀ ਸ਼ਮੂਲੀਅਤ
ਸਹੀ ਸਪਿਰਿਟ 'ਚ ਨਹੀਂ ਜਾਂਦੀ। ਔਰ ਇਹ ਜਿਵੇਂ ਕਿਸਾਨ ਲਾਅ ਹੈ, ਇਹ ਜੋ ਮੈਂ ਕਰ ਰਿਹਾ ਸੀ ਉਸ ਦੇ ਪ੍ਰੀਵਿਊ 'ਚੋਂ ਕਾਫੀ ਬਾਹਰ ਸਨ, ਤੇ ਜੀ ਇਸ ਲਈ ਇਹ ਜ਼ਰੂਰੀ ਸੀ। ਤੇ ਕਿਉਂਕਿ ਮੈਂ ਉੱਥੇ ਜਾਊਂਗਾ ਤਾਂ ਇਸ ਤੋਂ ਪਹਿਲਾਂ ਮੈਨੂੰ ਆਪਦੀ ਨੌਕਰੀ ਬਾਰੇ ਡਿਸੀਜਨ ਲੈਣਾ ਪੈਣਾ ਸੀ, ਤਾਂ ਜੀ ਇਹ ਇਸ ਕਰਕੇ ਹੋਇਆ। ਅਦਰਵਾਈਜ਼ ਇਹਦੇ ਵਿੱਚ ਉਹ ਨਹੀਂ ਹੈ ਵੀ ਕਿਸੇ ਨੇ ਕੁਝ ਕਹਿਤਾ ਲੋਕ ਜੋ ਮਰਜ਼ੀ ਕਹੀ ਜਾਣ, ਸੱਚ ਨੇ ਸੱਚ ਹੀ ਰਹਿਣਾ। ਜੀ, ਮਤਲਬ ਤੁਸੀਂ ਇਹ ਵੀ ਕਹਿ ਰਹੇ ਹੋ ਕਿ ਹੁਣ ਤੁਸੀਂ ਸਰਕਾਰ ਦੇ ਖਿਲਾਫ ਖੁੱਲ ਕੇ ਆਵਾਜ਼ ਚੱਕ ਸਕਦੇ ਹੈਗੇ ਹੋ, ਜੋ ਗਲਤ ਹੋ ਰਿਹਾ ਹੈ ਉਸ ਦੇ ਖਿਲਾਫ ਖੁੱਲ ਕੇ ਆਵਾਜ਼ ਚੱਕ ਸਕਦੇ ਹੈਗੇ ਹੋ? ਨਹੀਂ ਦੇਖੋ, ਆਵਾਜ਼ ਚੱਕਣੀ ਹੋਰ ਚੀਜ਼ ਹੈ, ਆਪਦੇ ਰਾਈਟਸ ਮੰਗਣੇ ਹੋਰ ਚੀਜ਼ ਹੈ। ਡੈਮੋਕ੍ਰੈਟਿਕਲੀ ਅਸੀਂ ਆਪਦੇ ਰਾਈਟਸ ਮੰਗ ਰਹੇ ਹਾਂ, ਕਿਸਾਨ ਵੀ ਮੰਗ ਰਹੇ ਹੈ, ਤੇ ਇਹਦੇ ਲਈ ਉੱਥੇ ਬੈਠੇ ਹਨ ਤੇ ਪੀਸਫੁਲ ਕਰ ਰਹੇ ਹਨ ਆਪਦਾ ਪ੍ਰੋਟੈਸਟ, ਤੇ ਬਿਲਕੁਲ ਕਾਨੂੰਨ ਦੇ ਅੰਦਰ ਹੈ। ਜੀ, ਜੇ ਤੁਸੀਂ ਇੱਕ ਫਾਰਮਰ ਹੋਣ ਦੇ ਨਾਤੇ, ਜਿਵੇਂ ਤੁਸੀਂ ਕਿਹਾ ਕਿ ਤੁਹਾਡਾ ਬੈਕਗਰਾਉਂਡ ਹੀ ਖੇਤੀਬਾੜੀ ਦਾ ਹੈਗਾ, ਸੋ ਫਾਰਮਰ ਹੋਣ ਦੇ ਨਾਤੇ ਤੁਹਾਨੂੰ ਕੀ ਲੱਗਦਾ ਹੈਗਾ, ਕਿਉਂਕਿ ਕੁਛ ਨਾ ਕੁਛ ਵਿੱਚ ਨੂੰ ਕਿਤੇ ਕੰਟਰੋਵਰਸੀ ਆ ਜਾਂਦੀ ਆ, ਆਪਸ 'ਚ ਕਿਤੇ ਨਾ ਕਿਤੇ ਕੁਛ ਅਜਿਹਾ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਕੁਛ ਮੀਡੀਆ ਰਿਪੋਰਟਸ ਇਹ ਵੀ ਦੱਸਦੀਆਂ ਹੈਗੀਆਂ, ਕੁਛ ਸਾਜ਼ਿਸ਼ਾਂ ਘੜੀਆਂ ਜਾਂਦੀਆਂ, ਕਿਤੇ ਕੋਈ ਪੋਸਟਰ ਦੀ ਸਿਆਸਤ ਵਿੱਚ ਆ ਜਾਂਦੀ ਆ। ਸੋ ਅਜਿਹੇ ਵਿੱਚ ਜਦੋਂ ਵੀ ਇੰਨੇ ਵੱਡੇ ਸੰਘਰਸ਼ ਹੁੰਦੇ ਨੇ, ਵੈਸੇ ਤਾਂ ਇਹ ਜੋ ਸਭ ਕੁਝ ਚੱਲ ਰਿਹਾ ਬਹੁਤ ਸ਼ਾਂਤਮਈ ਚੱਲ ਰਿਹਾ, ਬਹੁਤ ਵੱਡੀ ਗੱਲ ਹੈ, ਬਹੁਤ ਸੋਹਣੀ ਵਿਉਂਤਬੰਦੀ ਹੈ, ਬਹੁਤ ਸੋਹਣਾ ਸਟਰਕਚਰ, ਬਹੁਤ ਸੋਹਣਾ ਅਨੁਸ਼ਾਸਨ ਜਿਹੜਾ ਹੈ ਉਹ ਦੇਖਣ ਨੂੰ ਮਿਲ ਰਿਹਾ ਹੈਗਾ। ਪਰ ਅਜਿਹੇ ਵਿੱਚ ਬੀਇੰਗ ਅ ਫਾਰਮਰ ਤੁਹਾਨੂੰ ਕੀ ਲੱਗਦਾ ਹੈਗਾ ਕਿ ਇਹ ਲੜਾਈ ਜਿਹੜੀ ਹੈ ਇਸ ਸਭ ਦਰਮਿਆਨ ਕਿੰਨੀ ਲੰਮੀ ਚੱਲ ਸਕਦੀ ਹੈਗੀ ਹੈ? ਮੈਡਮ, ਜਿਵੇਂ ਤੁਸੀਂ ਕਿਹਾ, ਫਾਰਮਰ ਲੀਡਰਸ਼ਿਪ ਨੇ ਇਸ ਨੂੰ ਪੋਲਿਟਿਕਸ ਤੋਂ ਦੂਰ ਰੱਖਿਆ, ਉੱਥੇ ਕਿਤੇ ਪੋਲੀਟੀਕਲ ਜੀ ਪਾਰਟੀਆਂ ਦੀ ਇੰਟਰਵੈਂਸ਼ਨ ਨਹੀਂ ਹੋ ਪਾ ਰਹੀ ਹੈ, ਔਰ ਇਸ ਕਰਕੇ ਇਸ ਦਾ ਸਿਆਸੀਕਰਨ ਨਹੀਂ ਹੋਇਆ ਹੈ। ਨੰਬਰ 2, ਕੁਛ ਪੋਸਟਰਸ ਵਗੈਰਾ ਲੋਕਾਂ ਨੇ ਡਿਸਪਲੇ ਕਰ ਦਿੱਤੇ, ਜਿੱਥੇ 5-5, 7-7 ਲੱਖ ਬੰਦੇ ਦਾ ਇਕੱਠ ਹੋਵੇ, ਉੱਥੇ ਕੋਈ ਨਾ ਕੋਈ ਇਹੋ ਜਿਹੀ ਚੀਜ਼ ਜ਼ਰੂਰ ਸਾਹਮਣੇ ਆ ਜਾਂਦੀ, ਇੱਕਾ ਦੁੱਕਾ ਇੰਸਟਾਂਸ ਹੋ ਸਕਦੇ। ਪਰ ਕੁਛ ਵੈਸਟਡ ਇੰਟਰਸਟਡ ਪੀਪਲ ਇਸ ਨੂੰ ਵੱਖਰਾ ਰੰਗ ਦੇਣਾ ਚਾਹੁੰਦੇ ਹੈ। ਬਟ ਕਿਸਾਨਾਂ ਨੇ ਪੀਸਫੁਲੀ ਹੁਣ ਤੱਕ ਜੋ ਕਾਰਵਾਈ ਕੀਤੀ ਹੈ, ਉਸ ਦੇ ਵਿੱਚ ਕਿਸੇ ਨੂੰ ਡੰਡਾ ਤੱਕ ਨਹੀਂ ਵੱਜਿਆ, ਔਰ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈ, ਕੋਈ FIR ਰਜਿਸਟਰਡ ਨਹੀਂ ਹੈ, ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਜਿਹੜਾ ਸਾਰਾ ਸੰਘਰਸ਼ ਹੈ ਪੀਸਫੁਲ ਹੈ ਔਰ ਵੈਲ ਇਨ ਕੰਟਰੋਲ ਹੈ। ਹਾਂ, ਉੱਥੇ ਜੀ ਹੋ ਸਕਦਾ ਹੈ ਕਿਤੇ ਕਿਸੇ ਦਿਨ ਕੋਈ ਗਲਤ ਅਨਸਰ ਜਾਂਦਾ ਰਹੇ, ਪਰ ਕਿਸਾਨ ਉਸ ਬਾਰੇ ਕਾਫੀ ਵਿਜੀਲੈਂਟ ਹਨ। ਜੀ ਜੀ, ਇਹ ਇੱਥੇ ਕਿਸਾਨਾਂ ਨੂੰ ਤੁਸੀਂ ਵਿਜੀਲੈਂਸ ਦੀ ਗੱਲ ਕੀਤੀ ਹੈ। ਇਨੀਸ਼ੀਅਲ ਦੌਰ ਤੇ ਕੁਝ ਅਜਿਹੀਆਂ, ਕੁਝ ਪੋਲੀਟੀਸ਼ੀਅਨਸ ਵੱਲੋਂ, ਕੁਝ ਭਾਜਪਾ ਦੇ ਲੀਡਰਸ ਵੱਲੋਂ ਕੁਝ ਅਜਿਹੀਆਂ ਸਟੇਟਮੈਂਟਸ ਆਈਆਂ ਜਿਸ 'ਚ ਕਿਸਾਨਾਂ ਬਾਰੇ ਇਹ ਕਿਹਾ ਗਿਆ ਕਿ ਇਹ ਅਨਪੜ੍ਹ ਨੇ, ਇਹਨਾਂ ਨੂੰ ਕੀ ਪਤਾ ਕਿ ਕੀ ਕਾਨੂੰਨ ਹੈ, ਕੀ ਜਿਨ੍ਹਾਂ ਨੂੰ ਇਹ ਕਾਲੇ ਕਾਨੂੰਨ ਕਹੀ ਜਾਂਦੇ ਨੇ। ਫਿਰ ਦੂਜੀ ਗੱਲ, ਜਦੋਂ ਕਦੀ ਅਰਬਨ ਨਕਸਲਾਈਟ ਕਹਿ ਦਿੰਦੇ ਆ, ਕਦੀ ਖਾਲਿਸਤਾਨੀ ਕਹਿ ਦਿੰਦੇ ਆ, ਕਦੀ ਵੱਖ-ਵੱਖ ਮਤਲਬ ਐਡਜੈਕਟਿਵਸ ਜਿਹੜੇ ਆ ਡੇਲੀ ਕੋਈ ਨਾ ਕੋਈ ਨਵਾਂ ਨਿਕਲ ਕੇ ਜਿਹੜਾ ਹੈ ਉਹ ਸਾਹਮਣੇ ਆਉਂਦਾ ਹੈਗਾ। ਇਸ ਦੇ ਉੱਤੇ ਜਿਹੜੇ ਕਿਸਾਨ ਲੀਡਰਸ ਨੇ, ਜਿਹੜੇ 6 ਲੀਡ ਕਰ ਰਹੇ ਨੇ, ਉਹਨਾਂ ਨੇ ਬੜੀ ਸੋਹਣੀ ਤਰ੍ਹਾਂ ਉਹਨਾਂ ਦੇ ਜਵਾਬ ਵੀ ਦਿੱਤੇ ਹੈਗੇ ਆ, ਵੀ ਇਹ ਦਰਸਾਇਆ ਹੈਗਾ ਕਿ ਅਸੀਂ ਅਨਪੜ੍ਹ ਨਹੀਂ ਹੈਗੇ। ਉਹ ਕਹਿੰਦੇ ਸਾਨੂੰ ਤੁਸੀਂ ਟੇਬਲ ਟਾਕ ਤੇ ਜਿੱਥੇ ਮਰਜ਼ੀ ਲੈ ਕੇ ਚਲ ਜਾਓ, ਅਸੀਂ ਗੱਲ ਕਰਦੇ ਹਾਂ, ਅਸੀਂ ਦੱਸਦੇ ਹਾਂ ਕਿ ਕਿਸ ਤਰ੍ਹਾਂ ਇਹ ਕਾਨੂੰਨ ਜਿਹੜੇ ਨੇ ਉਹ ਸਾਡੇ ਖਿਲਾਫ ਹੈਗੇ ਨੇ। ਸੋ ਅਜਿਹੇ ਵਿੱਚ ਤੁਸੀਂ ਪੰਜਾਬ ਦਾ ਕਿਹੜਾ ਫਰੇਮ ਦੇਖ ਰਹੇ ਹੈਗੇ ਹੋ? ਕਿਉਂਕਿ ਇੱਥੇ ਅਨਪੜ੍ਹਤਾ ਨਹੀਂ ਹੈਗੀ, ਕਿਉਂਕਿ ਮੈਂ ਵੀ ਇਹਨਾਂ ਦਿਨ ਉੱਥੇ ਸੀ, ਮੈਨੂੰ ਅਨਪੜ੍ਹਤਾ ਨਹੀਂ ਨਜ਼ਰ ਆਈ ਬਿਲਕੁਲ। ਜਿਹਨੂੰ ਕਹਿੰਦੇ ਆ ਅੰਗਰੇਜ਼ੀ, ਮੈਂ ਅੰਗਰੇਜ਼ੀ ਤੇ ਪੜ੍ਹੇ ਲਿਖੇ ਹੋਣ ਨੂੰ ਮੈਂ ਇੱਥੇ ਜੋੜ ਨਹੀਂ ਰਹੀ, ਪਰ ਮੈਂ ਇਹ ਕਹਿ ਰਹੀ ਹਾਂ ਕਿ ਉੱਥੇ ਨੌਜਵਾਨ ਜਿਹੜਾ ਹੈ ਉਹ ਲੋਅਰ ਪਾ ਕੇ ਤੇ ਬ੍ਰਾਂਡਡ ਕੱਪੜੇ ਪਾ ਕੇ, ਕਿਉਂਕਿ ਕਿਸਾਨ ਨੂੰ ਇਹ ਸਮਝਦੇ ਹੈਗੇ ਕਿਤੇ ਫਟੇ ਹਾਲ ਹੋਣੇ ਹੈਗੇ ਆ, ਬਈ ਇਦਾਂ ਹੋਣੇ ਹੈਗੇ ਆ, ਬਟ ਦੇ ਆਰ ਵੈਲ ਐਜੂਕੇਟਡ, ਮਤਲਬ ਉਹ ਬਹੁਤ ਸੋਹਣੀ ਤਰ੍ਹਾਂ ਕੰਮ ਕਰ ਰਹੇ। ਸੋ ਇਹਨੂੰ ਕਿਸ ਤਰ੍ਹਾਂ ਦੇ ਫਰੇਮ 'ਚ ਦੇਖਦੇ ਹੋ? ਕਿ ਧੰਨਵਾਦ ਕਰਦੇ ਹੋ ਤੁਸੀਂ ਵੀ ਮੋਦੀ ਜੀ ਦਾ ਕਿ ਸਭ ਨੂੰ ਇਕੱਠਾ ਕਰਤਾ, ਅੱਜ ਸਾਨੂੰ ਪੰਜਾਬ ਦਾ ਅਸਲ ਚਿਹਰਾ ਜਿਹੜਾ ਹੈ ਉਹ ਦੇਖਣ ਨੂੰ ਮਿਲ ਰਿਹਾ ਹੈਗਾ, ਵੈਦਰ ਫਾਰਮਰਸ ਜਿਹੜੇ ਯੰਗ ਹੋਣ ਜਾਂ ਫਿਰ ਬਜ਼ੁਰਗ ਹੋਣ। ਮੈਨੂੰ ਜਿੱਥੋਂ ਤੱਕ ਤੁਸੀਂ ਕਿਹਾ ਵੀ ਕੁਝ ਲੋਕ ਇਸ ਨੂੰ ਨਕਸਲਾਈਟ ਨਾਲ ਜਾਂ ਟੈਰਰਿਜ਼ਮ ਨਾਲ ਜੋੜ ਰਹੇ ਹੈ, ਤਾਂ ਮੈਂ ਦੱਸਣਾ ਚਾਹਾਂਗਾ ਕਿ ਜਿਹੜੇ ਕਿਸਾਨ ਹੈ ਉਹ ਬੇਸਿਕਲੀ ਕੀ 90%, 80 ਕਹਿ ਲਓ, 95% ਕਹਿ ਲਓ, ਪਿੰਡਾਂ ਵਿੱਚ ਹੀ ਰਹਿ ਰਹੇ ਹਨ, ਕਿਉਂਕਿ ਖੇਤੀ ਕਰਦੇ ਹਨ। ਉਹ ਕੋਈ 5-4% ਸ਼ਹਿਰਾਂ ਜ਼ਰੂਰ ਰਹਿੰਦੇ ਹੋਣਗੇ, ਉਹ ਵੀ ਸਵੇਰੇ ਆਪਦੇ ਖੇਤਾਂ ਨੂੰ ਜਾਂਦੇ। ਇਹ ਜਿਹੜਾ ਪੈਨ ਇੰਡੀਆ ਸਿਨੈਰੀਓ ਹੈ, ਤੇ ਜਦੋਂ ਜਿਹੜੇ ਲੋਕ ਕਿਸਾਨ ਅੰਦੋਲਨ ਨੂੰ ਜਾਂ ਇਸ ਨੂੰ ਲਿੰਕ ਅਪ ਕਰ ਰਹੇ ਹੈ ਵਿਦ ਟੈਰਰਿਜ਼ਮ, ਉਹਨਾਂ ਲਈ ਇਹ ਦੱਸਣਾ ਚਾਹੀਏ ਬਹੁਤ ਸਾਰੇ ਉੱਥੇ ਐਸੇ ਕਿਸਾਨ ਹਨ, ਪੰਜਾਬ ਦੇ, ਹਰਿਆਣੇ ਦੇ, ਰਾਜਸਥਾਨ ਦੇ, ਜਿਨ੍ਹਾਂ ਦੇ ਬੇਟੇ ਉੱਥੇ ਆਰਮੀ ਵਿੱਚ ਵੀ ਨੌਕਰੀ ਕਰ ਰਹੇ ਹਨ, ਪੁਲਿਸ ਸਰਵਿਸਿਜ਼ ਵਿੱਚ ਵੀ ਹਨ, ਲਾਅ ਐਂਡ ਆਰਡਰ ਕਰ ਰਹੇ ਹਨ,
ਜਾਂ ਵੇਰੀਅਸ ਡਾਕਟਰਸ ਵੀ ਹਨ ਕਈਆਂ ਦੇ ਬੱਚੇ ਜਿਹੜੇ ਨੇਸ਼ਨ ਦੇ ਲਈ ਕੰਮ ਕਰ ਰਹੇ ਹਨ, ਤੇ ਐਵੇਂ ਕਿਸੇ ਨੇ ਆਪਦੇ ਵੈਸਟਡ ਇੰਟਰਸਟ ਨਾਲ ਕਿਸੇ ਨੂੰ ਲੱਗਦਾ ਹੈ ਚੰਗਾ ਵੀ ਮੈਂ ਆਹ ਕਹਿ ਦਾਂ, ਉਹ ਉਸ ਨੂੰ ਕਹਿ ਸਕਦਾ ਹੈ। But we cannot stop anybody talking like that. But this is utter rubbish that they want to say such a thing for people who have served the nation. In ਇਹੀ ਉਹ ਕਿਸਾਨ ਹਨ ਜਿਨ੍ਹਾਂ ਨੇ ਗ੍ਰੀਨ ਰੈਵੋਲੂਸ਼ਨ ਲਿਆਂਦੀ। ਪੰਜਾਬ ਹੱਬ ਰਿਹਾ ਹੈ ਫੂਡ ਪ੍ਰੋਡਕਸ਼ਨ ਦੀ, ਹੁਣ ਵੀ ਹੱਬ ਹੈ। ਤਾਂ ਤੁਸੀਂ ਦੇਖੋ ਵੀ ਪੰਜਾਬ ਦੇ ਫਾਰਮਰਸ ਲਈ ਜਾਂ ਹਰਿਆਣੇ ਦੇ ਫਾਰਮਰਸ ਲਈ, ਯੂਪੀ ਦੇ ਫਾਰਮਰਸ ਲਈ ਜਿਨ੍ਹਾਂ ਦੇ ਬੱਚੇ ਆਰਮੀ ਦੇ ਵਿੱਚ ਹਨ, ਇਹੋ ਜਿਹੇ ਸ਼ਬਦ ਵਰਤਣੇ ਵੈਸਟਡ ਇੰਟਰਸਟ ਤੋਂ ਉੱਤੇ ਕੁਝ ਨਹੀਂ ਹੈ। ਕੁਝ ਲੋਕ ਇਹ ਕਹਿੰਦੇ ਹਨ, ਉਹ ਹੋ ਸਕਦਾ ਆਪਦੀ ਕੋਈ ਉਹਨਾਂ ਦਾ ਆਪਦਾ ਕਹਿ ਲਓ ਪੋਲੀਟੀਕਲ ਅਟੈਚਮੈਂਟਸ ਹੈ ਜਾਂ ਕਿਸੇ ਦੀ ਹੋਰ ਐਫੀਲੀਏਸ਼ਨਸ ਹੈ, ਜਿਸ ਕਰਕੇ ਉਹ ਇਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ, ਤੇ ਇਹ ਕੋਰਾ ਝੂਠ ਹੈ। ਜੀ ਇੱਕ ਰਿਸਪੈਕਟਡ ਡੀਆਈਜੀ ਵੱਲੋਂ ਰਿਜ਼ਾਈਨ ਹੋ ਗਿਆ, ਇਹ ਹਿਮਾਇਤ ਦਾ ਜੇ ਇਸ ਤੋਂ ਵਧੀਆ ਸਬੂਤ ਜਿਹੜਾ ਹੈ ਉਹ ਮਿਲ ਨਹੀਂ ਸਕਦਾ ਹੈਗਾ। ਪਰ ਤੁਸੀਂ ਆਪ ਨਹੀਂ ਮੈਮ, ਇਸ ਤੋਂ ਵਧੀਆ ਸਬੂਤ ਵੀ ਹੈਗੇ, ਸਾਡੇ ਤੋਂ ਬਹੁਤ ਉੱਤੇ ਹੈ। ਮੈਂ ਤੁਹਾਨੂੰ ਦੱਸਾਂ, ਮੈਨੂੰ ਫਿਲਹਾਲ ਲੱਗਦਾ ਹੈ, ਮੈਨੂੰ ਇਦਾਂ ਲੱਗਦਾ ਜੀ, ਇੱਕ ਛੋਟੀ ਜਿਹੀ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਚਾਹੁੰਦਾ। ਇੱਕ ਕਿਸਾਨ ਉੱਥੇ ਧਰਨੇ ਤੇ ਬੈਠਾ ਹੋਇਆ ਸੀ, ਤੇ ਉਸ ਨੂੰ ਖਬਰ ਮਿਲੀ ਕਿ ਉਸਦੇ ਬੇਟੇ ਨੇ ਜੰਮੂ ਐਂਡ ਕਸ਼ਮੀਰ ਵਿੱਚ ਡਿਫੈਂਡ ਕਰਦੇ ਹੋਏ ਆਪਦੀ ਮਦਰਲੈਂਡ ਨੂੰ, ਆਪਦੀ ਕੰਟਰੀ ਨੂੰ, ਆਪਦੇ ਨੇਸ਼ਨ ਨੂੰ ਸ਼ਹਾਦਤ ਪ੍ਰਾਪਤ ਕੀਤੀ। ਤਾਂ ਇਸ ਤੋਂ ਇਸ ਐਗਜ਼ਾਮਪਲ, ਇਹ ਸਾਰੇ ਉਸ ਦਾ ਸਿਰਾ ਹੈ ਬਈ ਤੁਸੀਂ ABC ਐਗਜ਼ਾਮਪਲ ਜੋ ਵੀ ਦੇ ਲਓ। ਤੇ ਜਿਹੜੇ ਬੰਦੇ ਇਹ ਕਹਿ ਰਹੇ ਵੀ ਇਹ ਟੈਰਰਿਜ਼ਮ ਨਾਲ ਅਟੈਚ ਹੈ, ਜਾਂ ਉਹਨਾਂ ਦਾ ਮੂੰਹ ਬੰਦ ਕਰਨ ਲਈ ਇਹ ਇੱਕ ਇਨਸੀਡੈਂਟ ਹੀ ਕਾਫੀ ਹੈ। ਦੇ ਸ਼ੁੱਡ try to understand this. ਜੀ ਮੈਂ ਇਹੀ ਕਹਿ ਰਹੀ ਹਾਂ ਕਿ ਇਹ ਤੁਸੀਂ ਆਪਣੀ ਹਮਾਇਤ ਦੇਤੀ, ਪਰ ਕੀ ਤੁਸੀਂ ਉਥੇ ਕੋਈ ਪਲੈ ਕਾਰਡ ਫੜੇ ਹੋਏ ਜਾਂ ਬੈਨਰ ਫੜੇ ਹੋਏ ਜਾਂ ਉਸ ਸਟੇਜ ਤੇ ਜਿੱਥੇ ਸਾਰੀ ਕਿਸਾਨ ਜਥੇਬੰਦੀਆਂ ਬੋਲਦੀਆਂ ਹੈਗੀਆਂ, ਜਿਹੜੇ ਬੁਲਾਰੇ ਬੋਲਦੇ ਹੋਏ, ਸਾਨੂੰ ਏਦਾਂ ਦੀ ਵੀ ਤੁਹਾਡੀ ਹਮਾਇਤ ਨਜ਼ਰ ਆਏਗੀ ਸਿੰਘੂ ਤੇ ਬੁਰਾੜੀ ਤੇ ਜਾਂ ਦਿੱਲੀ ਬਾਰਡਰ ਤੇ ਕਿਤੇ? ਹਾਂ ਮੈਮ, ਹੋਪਫੁਲੀ ਮੈਂ ਉੱਥੇ ਜਾਊਂਗਾ, ਔਰ ਉੱਥੇ ਜਾ ਕੇ ਮੈਂ ਐਕਚੁਅਲੀ ਇਹ ਨਹੀਂ ਹੈ ਵੀ ਮੈਂ ਸਟੇਜ ਤੇ ਚੜੂੰਗਾ ਜਾਂ ਮੈਂ ਉੱਥੇ ਭਾਸ਼ਣ ਦੇਊਂਗਾ। ਮੈਂ ਤਾਂ ਉੱਥੇ ਇੱਕ ਹੋਰ ਕਿਸਾਨ ਦੇ ਤੌਰ ਤੇ ਜਾਊਂਗਾ, ਇੱਕ one more farmer, that's it. ਮੈਨੂੰ ਉੱਥੇ ਐ ਨਹੀਂ ਹੈ ਵੀ ਮੈਂ ਸਟੇਜ ਤੇ ਵੀ ਚੜਾਂ, ਮੈਂ ਲੈਕਚਰ ਵੀ ਦੇਵਾਂ, ਨਥਿੰਗ, ਨੋ। ਆਮ ਕਿਸਾਨ ਹੀ ਬੋਲ ਰਹੇ ਹਨ ਜੀ ਸਟੇਜ ਤੇ, ਆਮ ਕਿਸਾਨ ਹੀ ਬੋਲ ਰਹੇ ਹਨ। ਨਹੀਂ, ਮੈਨੂੰ ਕੋਈ ਇਹ ਨਹੀਂ ਹੈ ਵੀ ਮੈਂ ਸਟੇਜ ਤੇ ਚੜਾਂ, ਮੈਂ ਉੱਥੇ ਜਾ ਕੇ ਵਾਪਸ ਆ ਜਾ, that is okay with me। ਨਾ ਬੋਲਣਾ ਕੋਈ ਜ਼ਰੂਰੀ ਨਹੀਂ ਹੈ। ਮੈਂ ਇੱਕ ਕਹਿ ਲਓ ਸੇਵਾਦਾਰ, ਲੰਗਰ ਦੀ ਸੇਵਾ ਵੀ ਕਰੋਗੇ? ਬਿਲਕੁਲ, ਹਾਂ, ਲੰਗਰ ਦੀ ਸੇਵਾ ਕਰਨਾ ਤਾਂ ਸਾਡੀ ਪਰੰਪਰਾ ਹੈ, ਸਿੱਖਾਂ ਦੀ ਹੈ। ਤੁਸੀਂ ਵੀ ਤਾਂ USA, UK, ਕੈਨੇਡਾ ਸਾਰਿਆਂ ਨੇ ਕੀਤੀ ਕੋਵਿਡ ਦੇ ਟਾਈਮ 'ਚ, ਤੇ ਦੇਖ ਲਓ ਉਸ ਦੇ ਨਾਲ ਕਿਵੇਂ ਲੋਕ ਤੇ ਪੁਲਿਸ ਡਿਪਾਰਟਮੈਂਟ ਦੇ ਗੱਡੀਆਂ ਸਾਇਰਨ ਤੇ ਛੱਡ ਕੇ ਗੁਰਦੁਆਰਾ ਸਾਹਿਬਾਂ ਦੇ ਵਿੱਚ ਆਉਂਦੀਆਂ ਸੀ ਤੇ ਧੰਨਵਾਦ ਕਰਦੀਆਂ ਸੀ। ਲੰਗਰ ਦੀ ਸੇਵਾ ਕਰਨਾ ਸਾਡੇ ਲਈ ਮਾਣ ਦੀ ਗੱਲ ਹੈ, ਸ਼ਾਨ ਦੀ ਗੱਲ ਹੈ। ਹਾਂਜੀ ਜੀ, ਜਦੋਂ ਫੈਮਿਲੀ ਸਪੋਰਟ ਦੀ ਗੱਲ ਕਰੀਏ, ਕਿਉਂਕਿ ਜਿਹੜਾ ਡਿਸੀਜਨ ਤੁਹਾਡਾ ਰਿਹਾ ਇਹ ਛੋਟਾ ਡਿਸੀਜਨ ਨਹੀਂ ਹੁੰਦਾ, ਜਦੋਂ ਫੈਮਿਲੀ ਸਪੋਰਟ ਦੀ ਗੱਲ ਕਰੀਏ, ਵਾਟ ਵਾਸ देयर ਵਿਊ? ਬਿਕਾਜ਼ ਉਹ ਵੀ ਤੁਹਾਡੇ ਨਾਲ ਮਤਲਬ ਜੁੜੇ ਹੋਏ ਆ, ਤੇ ਹਰ ਕੋਈ ਚਾਹੁੰਦਾ ਹੈਗਾ ਕਿ ਉਹਦਾ ਹਸਬੈਂਡ, ਉਹਦਾ ਪਿਓ, ਉਹਦਾ ਦਾਦਾ, ਨਾਨਾ ਜਾਂ ਕੋਈ ਵੀ ਹੈ ਕਿ ਉਹ ਮਤਲਬ ਸਰਵਿਸ ਪੂਰੀ ਹੋਣੀ ਚਾਹੀਦੀ ਹੈਗੀ ਆ, ਕਿਉਂਕਿ ਇਹ ਰੈਂਕਸ ਹਰ ਕਿਸੇ ਨੂੰ ਨਹੀਂ ਮਿਲ ਜਾਂਦੇ ਹੈਗੇ। ਸੋ ਅਜਿਹੇ ਵਿੱਚ ਫੈਮਿਲੀ ਸਪੋਰਟ ਕਿੱਦਾਂ ਰਹੀ ਜਦੋਂ ਤੁਸੀਂ ਫੈਸਲਾ ਲਿਆ ਕਿ ਤੁਸੀਂ ਕਿਸਾਨਾਂ ਕਰਕੇ ਆਪਣਾ ਅਹੁਦਾ ਜਿਹੜਾ ਹੈ ਉਹ ਛੱਡੋਗੇ? ਮੈਂ ਮੇਰੇ ਫੈਮਿਲੀ ਵਿੱਚ ਸਭ ਤੋਂ ਐਲਡਰ ਮੇਰੇ ਮਦਰ ਹਨ, ਸ਼ੀ ਇਜ਼ 81 ਇਅਰਸ 올ਡ। ਉਸ ਤੋਂ ਬਾਅਦ ਮੇਰੀ ਵਾਈਫ ਐਂਡ ਮੇਰੇ ਬੇਟੇ ਹਨ, ਮੇਰੀ ਸਿਸਟਰ ਦਾ ਪਰਿਵਾਰ ਹੈ, ਤੇ ਮੇਰੇ ਦੂਜੇ ਬ੍ਰਦਰਸ ਹਨ। ਸਾਰਿਆਂ ਨੇ ਹੀ ਇਸ ਗੱਲ ਦੀ ਸਪੋਰਟ ਕੀਤੀ, ਉਹਨਾਂ ਨਾਲ ਡਿਸਕਸ ਕਰਕੇ ਔਰ ਉਹਨਾਂ ਨਾਲ ਚੰਗੀ ਤਰ੍ਹਾਂ ਗੱਲਬਾਤ ਕਰਕੇ ਹੀ ਮੈਂ ਫੈਸਲਾ ਲੈ ਪਾਇਆ। ਕੱਲਾ ਬੰਦਾ ਇਹੋ ਜਿਹਾ ਵੱਡਾ ਫੈਸਲਾ ਲੈਣ ਲੱਗਿਆ ਕਈ ਵਾਰ ਥਿੜਕ ਜਾਂਦਾ ਹੈ, ਕਈ ਵਾਰ ਡਰ ਜਾਂਦਾ ਹੈ, ਕਈ ਵਾਰ ਥੋੜੀ ਜਿਹੀ ਸੋਚ ਦੇ ਵਿੱਚ ਐਂ ਆ ਜਾਂਦਾ ਯਾਰ ਮੈਂ ਇਹ ਕਿਉਂ ਕਰਾਂ, ਜਾਂ ਮੈਨੂੰ ਕੀ ਲੋੜ ਹੈ, ਜਾਂ ਮਤਲਬ ਕੀ ਮੈਂ ਸਿਕਿਉਰ ਹਾਂ। ਮੈਂ ਟੋਟਲੀ ਆਪਦੀ ਫੈਮਿਲੀ ਨੂੰ, ਆਪਦੇ ਪਰਿਵਾਰ ਨੂੰ ਇਸ ਦੇ ਨਾਲ ਡਿਸਕਸ ਕਰਕੇ ਤੇ ਇਸ ਨੂੰ ਸਮਝਿਆ ਵੀ ਦਿਸ ਇਜ਼ ਦ ਰਾਈਟ ਟਾਈਮ ਟੂ ਡੂ ਇਟ।
ਜੀ ਡਿਪਾਰਟਮੈਂਟ ਵੱਲੋਂ ਤੁਹਾਡੇ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ, ਤੁਹਾਨੂੰ ਕਨਵਿੰਸ ਕਰਨ ਦੀ ਕਿ ਮਤਲਬ ਏਦਾਂ ਨਾ ਕਰੋ, ਲਾਈਕ ਦਿਸ ਇਜ਼ ਨਾਟ ਰਿਕੁਆਇਰਡ ਔਰ ਸਮਥਿੰਗ, ਜਿਹੜੇ ਵੀ ਤੁਹਾਡੀ ਮਤਲਬ ਕੋਈ ਨੋਰਮਸ ਹੁੰਦੇ ਹੋਣੇ, ਆਈ ਐਮ ਨਾਟ ਅਵੇਅਰ ਅਬਾਊਟ ਇਟ। ਨੀਅਰਸ ਐਂਡ ਡੇਅਰਸ ਤੇ ਬ੍ਰਦਰ ਆਫੀਸਰਸ ਨੇ ਜ਼ਰੂਰ ਕਿਹਾ ਹੈ ਵੀ ਸਰ ਇਹ ਨਾ ਕਰੋ, ਵੀ ਨੀਡ ਯੂ, ਵੀ really want a officer like you to command us and also serve under a command। ਇਹੋ ਜਿਹੀਆਂ ਗੱਲਾਂ ਤਾਂ ਸਾਡਾ ਆਪਸੀ ਜਿਹੜਾ ਬਤੌਰ ਆਫੀਸਰ ਹੁੰਦਾ ਹੈ ਇਹ ਜ਼ਰੂਰ ਸਦਾ ਮੇਨਟੇਨ ਰੱਖਦੇ ਅਸੀਂ। ਈਵਨ ਜਦੋਂ ਰਿਟਾਇਰ ਹੋ ਜਾਂਦੇ ਆਫੀਸਰਸ ਉਹਨਾਂ ਨਾਲ ਵੀ ਲਿੰਕ ਅਪ ਰਹਿੰਦੇ ਹੈ, ਤੇ ਜਦੋਂ ਕਿਤੇ ਉਹਨਾਂ ਦੇ ਤਜਰਬੇ ਤੋਂ ਗਾਈਡੈਂਸ ਲੈਣੀਆਂ ਹੁੰਦੀਆਂ ਤਾਂ ਵੀ ਡੈਫੀਨਿਟਲੀ ਕਾਲ ਈਚ ਅਦਰ। ਤਾਂ ਮੇਰੇ ਵੀ ਆਫੀਸਰਸ ਨੇ ਜੋ ਮੇਰੇ ਸੀਨੀਅਰ ਸੀ ਜਾਂ ਜੂਨੀਅਰ ਹਨ, ਉਹਨਾਂ ਨੇ ਮੈਨੂੰ ਇਸ ਬਾਰੇ ਆਖਿਆ ਸੀ ਵੀ ਸਰ ਰਿਵਿਊ ਜ਼ਰੂਰ ਕਰ ਲਓ, ਬਟ ਚਲੋ। ਜੀ ਜੀ, ਜਦੋਂ ਤੁਹਾਨੂੰ ਤੁਹਾਡੀ ਹਿਮਾਇਤ ਦੇ ਵਿੱਚ ਮਤਲਬ ਮਿਲਾਵਟ ਦੇ ਇਲਜ਼ਾਮ ਲੱਗ ਜਾਂਦੇ ਨੇ, ਦਿਲ ਦੁਖਦਾ ਤਾਂ ਹੋਣਾ ਇੱਕ ਵਾਰ? ਮੈਮ ਥੋੜਾ ਜਿਹਾ ਹਾਂ, ਯੈਸ, ਜਦੋਂ ਤੁਸੀਂ ਸਮਝੋ ਵੀ ਜੇ ਕਿਸੇ ਨੇ ਇੰਨੀ ਨੌਕਰੀ ਕਰਕੇ ਆਏ ਹੋਵੇ ਤਾਂ ਚਲੋ, ਐਨੀਵੇ that is part of the life। ਜੀ ਜੀ, ਤੇ ਹੁਣ ਮਤਲਬ ਬਹੁਤ ਜ਼ਿਆਦਾ ਮੈਂ ਸਵਾਲ ਨਹੀਂ ਕਰੂੰਗੀ, ਜਾਂਦੇ ਜਾਂਦੇ ਬਸ ਇੱਕ ਦੋ ਸਵਾਲ ਮੈਂ ਹੋਰ ਤੁਹਾਡੇ ਤੋਂ ਲੈਣੇ ਹੈਗੇ, ਤੁਹਾਡਾ ਬਹੁਤਾ ਜ਼ਿਆਦਾ ਵਕਤ ਨਹੀਂ ਲਵਾਂਗੇ, ਪਰ ਇੰਨਾ ਜ਼ਰੂਰ ਕਹਿਣਾ ਚਾਹੂੰਗੀ ਕਿ ਹੁਣ ਆਫਟਰ ਦਿਸ ਤੁਸੀਂ ਕੀ ਕਰੋਗੇ? ਖੇਤੀਬਾੜੀ ਕਰੋਗੇ? ਬਿਕਾਜ਼ ਆਈ ਹੈਵ ਹਰਡ ਕਿ ਤੁਹਾਡੀ ਆਪਣੀ ਬਹੁਤ ਲੈਂਡ ਹੈਗੀ ਆ, ਸੋ ਕੁਝ ਸੋਚਿਆ ਹੋਇਆ, ਕੁਝ ਡਾਇਵਰਸਿਫਿਕੇਸ਼ਨ, ਕੁਝ ਆਰਗੈਨਿਕ ਫਾਰਮਿੰਗ, ਕੁਝ ਸੋਚਿਆ ਹੋਇਆ ਇਸ ਬਾਬਤ ਕਿ ਚੱਲ ਰਿਹਾ ਹੈ ਉਹ ਸਾਈਡ ਬਾਈ ਸਾਈਡ? ਮੈਮ ਉਸ ਸਾਈਡ ਤੇ ਚੱਲ ਵੀ ਰਿਹਾ ਹੈ। ਜੀ ਮੇਰੇ ਪਿੰਡ ਮੇਰੇ ਮਦਰ ਰਹਿੰਦੇ ਹੈ, 81 ਈਅਰ ਆਫ ਉਹਨਾਂ ਦੀ ਏਜ ਹੈ, ਤੇ ਜੀ ਫਿਜ਼ੀਕਲੀ ਐਂਡ ਮੈਂਟਲੀ ਅਦਰਵਾਈਜ਼ ਸ਼ੀ ਇਜ਼ ਇਨ ਗੁੱਡ ਹੈਲਥ, ਐਂਡ ਮੇਰੀ ਐਬਸੈਂਸ ਵਿੱਚ ਔਰ ਔਨ ਬੀਇੰਗ ਐਬਸੈਂਟੀ ਫਾਰਮਰ ਡੇਲੀ ਔਨ ਕਾਲ ਫੋਨ ਤੇ ਅਸੀਂ ਗੱਲਬਾਤ ਕਰਦੇ ਹਾਂ ਮਾਂ ਪੁੱਤ, ਤੇ ਉਹਨਾਂ ਦੇ ਹਾਲ ਚਾਲ ਤੋਂ ਇਲਾਵਾ ਸਾਰਾ ਪੁੱਛਦਾ ਵੀ ਅੱਜ ਖੇਤ ਕੀ ਹੋਇਆ, ਕੌਣ ਆਇਆ, ਕੌਣ ਦਿਹਾੜੀਆ ਨਹੀਂ ਆਇਆ, ਡਰਾਈਵਰ ਆਇਆ ਕਿ ਨਹੀਂ, ਤੇਲ ਟਰੈਕਟਰ 'ਚ ਕਿੰਨਾ ਪਿਆ, ਇਹ ਸਾਰਾ ਰੂਟੀਨ ਮੈਟਰ ਹੈ। ਤੇ ਸਾਰਾ ਹੁੰਦਾ ਹੈ ਖਾਦ ਕਿਹੜੀ ਚਾਹੀਦੀ ਹੈ, ਤੇਲ ਕਿੰਨਾ ਪਿਆ, ਇਹ ਸਾਰੀਆਂ ਰੂਟੀਨ ਗੱਲਾਂ ਹੁੰਦੀਆਂ ਇੱਕ ਕਿਸਾਨ ਵਜੋਂ। ਹਾਂ, ਇਸ ਨੂੰ ਮਾਡਰਨਾਈਜੇਸ਼ਨ ਵੱਲ ਜ਼ਰੂਰ ਲਿਜਾ ਸਕੂੰਗਾ ਮੈਂ। ਮੇਰੇ ਕੋਲ ਡੇਅਰੀ ਫਾਰਮਿੰਗ ਵੀ ਹੈ, ਥੋੜੇ ਇੱਕ ਦੋ ਹਾਰਸਸ ਵੀ ਹਨ, ਔਰ ਇਸ ਤੋਂ ਇਲਾਵਾ ਮੇਰੇ ਆਪਦੇ ਖੇਤ ਹਨ। ਮੈਂ ਇਸ ਨੂੰ ਨਾ ਪ੍ਰੋਪਰ ਲਾਈਨ ਤੇ ਲਿਜਾਊਂਗਾ। ਤੁਸੀਂ ਸੋਚ ਪਾਓਗੇ ਵੀ ਓਲਡ ਲੇਡੀ ਜਿੰਨਾ ਕਰ ਸਕਦੇ ਕਰ ਰਹੇ ਹੈ, ਸ਼ੀ ਇਜ਼ ਡੂਇੰਗ ਫॉर ਮੀ ਐਂਡ ਹਰ ਗ੍ਰੈਂਡ ਚਿਲਡਰਨ, ਬਟ ਫਿਰ ਜਦੋਂ ਮੈਂ ਆਪ ਹੋਊਂਗਾ ਤਾਂ ਆਈ ਥਿੰਕ ਥੋੜਾ ਜਿਹਾ ਬੈਟਰ ਤਾਂ ਹੋਏਗਾ ਹੀ। ਬਟ ਫਿਰ ਜੇ ਮੈਂ ਕਹਾਂ ਉਹਨਾਂ ਨੂੰ ਕਰਨਾ ਨਹੀਂ ਆਉਂਦਾ ਤਾਂ ਇਹ ਇੱਕ ਮੇਰੇ ਲਈ ਮਤਲਬ ਕਹਿ ਲਓ ਹਾਸੋਹੀਣਾ ਬਿਆਨ ਹੈ, ਕਿਉਂਕਿ ਉਹਨਾਂ ਦਾ ਤਕਰੀਬਨ 60 ਸਾਲਾਂ ਦਾ ਇਹੀ ਤਜਰਬਾ ਹੈ ਵੀ ਖੇਤੀ ਕਿਵੇਂ ਕਰਾਉਣੀ ਹੈ, ਐਂਡ ਸ਼ੀ ਨੋਜ਼ ਐਵਰੀਥਿੰਗ, ਆਲ ਡਿਟੇਲਸ, ਵੀ ਕਿਸ ਦਿਨ ਕਿੰਨਾ ਟਾਈਮ, ਕਿਸ ਦਿਨ ਕਣਕ ਬੀਜਣੀ ਹੈ, ਕਿੰਨੀ ਬੀਜਣੀ ਹੈ, ਕੀ ਖਾਦ ਕਰਨਾ ਹੈ, ਸ਼ੀ ਨੋਜ਼ ਐਵਰੀਥਿੰਗ, ਔਰ ਉਹਨਾਂ ਨੇ ਮੈਨੂੰ ਸਿਖਾਇਆ ਹੈ। ਤਾਂ ਕਹਿ ਸਕਦੇ ਹੋ ਖੇਤੀ ਦੇ ਵਿੱਚ ਜਿਹੜਾ ਰੋਲ ਮਾਡਲ ਹੈ ਮੈਨੂੰ ਮੇਰੇ ਮਦਰ ਨੇ ਸਿਖਾਇਆ। ਔਰ ਤੁਹਾਨੂੰ ਮੈਂ ਦੱਸਾਂ, ਕਈ ਲੋਕ ਐ ਕਹਿੰਦੇ ਹੋਣੇ ਵੀ ਇਹ ਤਾਂ DIG ਹੈ ਤੇ ਦਫ਼ਤਰ 'ਚ ਹੀ ਬੈਠਾ ਰਹਿੰਦਾ ਹੈ। ਕੋਈ ਸਵੇਰੇ ਵੀ ਆਇਆ ਸੀ ਇੰਟਰਵਿਊ ਕਰਨ, ਉਹ ਵੀ ਕਹਿ ਰਿਹਾ ਸੀ ਤੁਸੀਂ ਤਾਂ ਜੀ ਇੱਥੇ ਬੈਠੇ ਰਹਿੰਦੇ ਹੋ, ਕਾਰ ਚੋਂ ਨਿਕਲਦੇ ਹੋ, ਏਸੀ ਵਾਲੇ ਕਮਰੇ 'ਚ ਵੜਦੇ ਹੋ। ਇਹ ਸੱਚ ਨਹੀਂ ਹੈ। ਤਾਂ ਮੇਰੇ ਬੇਟੇ ਵੀ ਮੇਰੇ ਨਾਲ, ਛੋਟਾ ਬੇਟਾ ਮੇਰੇ ਨਾਲ ਖੇਤਾਂ ਜਾਂਦਾ ਹੈ, ਜਦੋਂ ਵੀ ਟਾਈਮ ਲੱਗਦਾ ਅਸੀਂ ਪੂਰਾ ਉੱਥੇ ਜਾ ਕੇ ਕਰਕੇ ਆਉਂਦੇ ਹਾਂ। ਦੇਖੋ ਸਾਡੇ ਜਿਵੇਂ ਉੱਥੇ ਕੀਨੂ ਦੇ ਬਾਗ ਵੀ ਹਨ, ਤਾਂ ਉਹ ਇੱਕ ਬੜੀ ਹੀ ਥੋੜੀ ਜਿਹੀ ਸਾਇੰਟੀਫਿਕ ਲਾਈਨ ਤੇ ਚੱਲਣਾ ਪੈਂਦਾ ਹੈ। ਉਹਦੇ ਵਿੱਚ ਪੱਤਿਆਂ ਦੇ ਨਾਲ ਕੀ ਬਿਮਾਰੀਆਂ, ਜੜ੍ਹਾਂ ਨਾਲ ਫੰਗਸ ਦੀਆਂ ਕੀ ਬਿਮਾਰੀਆਂ, ਸਟੈਮਸ ਨਾਲ ਕੀ ਬਿਮਾਰੀਆਂ, ਸਾਰੀ ਚੀਜ਼ ਦੇਖਣੀ ਪੈਂਦੀ ਹੈ। ਤੇ ਫਿਰ ਫਰੂਟ ਕੁਆਲਿਟੀ ਇਸ ਸਾਲ ਮੇਰੀ ਕੀ ਹੈ, ਇਸ ਸਾਲ ਮੇਰੇ ਫਰੂਟ ਕੁਆਲਿਟੀ ਦੇ ਵਿੱਚ ਕੀ ਕਮੀਆਂ ਰਹਿ ਗਈਆਂ, ਕਿਹੜੀਆਂ ਪੈਸਟੀਸਾਈਡਸ ਜਾਂ ਨੈਚੁਰਲ ਪੈਸਟੀਸਾਈਡਸ ਹੋਰ ਪਾ ਕੇ ਮੈਂ ਇਸ ਨੂੰ ਅਗਲੇ ਸਾਲ ਲਈ ਬਿਹਤਰ ਬਣਾ ਸਕਦਾ। ਸੋ ਐਵਰੀਥਿੰਗ ਹੈਜ਼ ਟੂ ਬੀ ਡਨ ਔਨ ਅ ਸਾਇੰਟੀਫਿਕ ਲਾਈਨ। ਤੇ ਉਹ ਸਾਇੰਟੀਫਿਕ ਲਾਈਨ ਜਦੋਂ ਅਸੀਂ ਪਿਓ ਪੁੱਤ ਕਰਾਂਗੇ ਤਾਂ ਉਹ ਥੋੜਾ ਜਿਹਾ ਬੈਟਰ ਹੋ ਜਾਏਗਾ ਮੇਰੇ ਲਈ ਔਰ ਮੇਰੀ ਫੈਮਿਲੀ ਲਈ। ਜੀ ਆਲ ਦ ਬੈਸਟ। ਤੇ ਹੁਣ ਅਸੀਂ ਇਹ ਵੀ ਤੁਹਾਡੇ ਤੋਂ ਜ਼ਰੂਰ ਪੁੱਛਣਾ ਹੈਗਾ ਕਿ ਗੱਟ ਫੀਲਿੰਗ ਕੀ ਕਹਿੰਦੀ ਹੈਗੀ ਆ, ਕਿਉਂਕਿ ਮੀਟਿੰਗਸ ਹੋਈ ਜਾਂਦੀਆਂ, ਹੁਣ ਭੁੱਖ ਹੜਤਾਲ ਵੀ ਹੋ ਗਈ, ਹੁਣ ਹਰ ਤਰ੍ਹਾਂ ਨਾਲ ਪ੍ਰਪੋਜ਼ਲਸ ਵੀ ਆ ਗਏ, ਸਾਰਾ ਕੁਝ ਜਿਹੜਾ ਹੈ
ਉਹ ਹੋ ਰਿਹਾ ਹੈ। ਅਗਲੀ ਮੀਟਿੰਗ ਲਈ ਵੀ ਕਹਿੰਦੇ ਆ ਕਿ ਡਾਇਲੌਗ ਨੂੰ ਅਸੀਂ ਤਿਆਰ ਹੈਗੇ ਆ। ਗੱਟ ਫੀਲਿੰਗ ਕੀ ਕਹਿੰਦੀ ਹੈ ਕਿ ਜਿੱਤ ਜਾਗੇ ਨਾ ਆਪਾਂ? ਗੱਟ ਫੀਲਿੰਗ ਇਹੀ ਕਹਿ ਰਹੀ ਹੈ ਵੀ ਕਿਸਾਨਾਂ ਨੂੰ ਕਿਸਾਨਾਂ ਦਾ ਹੱਕ ਮਿਲੂਗਾ, ਔਰ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਜਿਹੜੇ ਸਾਡੇ ਉੱਪਰ ਜਿਨ੍ਹਾਂ ਨੇ ਦੇਣੇ ਹੈ ਉਹਨਾਂ ਨੂੰ ਸਮੱਤ ਬਖਸ਼ੇ ਪ੍ਰਮਾਤਮਾ, ਔਰ ਉਹ ਜਲਦੀ ਦੇਣੇ ਸਾਡੀ ਸਮੱਸਿਆ ਕਿਸਾਨਾਂ ਦੀ ਹੱਲ ਕਰਨ। ਉੱਥੇ ਸੜਕਾਂ ਤੇ ਬਜ਼ੁਰਗ ਬੈਠੇ ਹਨ, ਅੱਜ ਵੀ ਇੱਕ ਕਿਸਾਨ ਦੀ ਡੈਥ ਹੋਈ ਹੈ ਤੇ ਪਹਿਲਾਂ ਵੀ ਕਾਫੀ ਡੈਥਸ ਹੋ ਚੁੱਕੀਆਂ ਕਿਸਾਨਾਂ ਦੀਆਂ। ਤਾਂ ਜੀ ਫਿਰ ਹਜੇ ਮੌਸਮ ਹੋਰ ਠੰਡਾ ਹੋ ਰਿਹਾ ਹੈ, ਹੋਰ ਕੋਹਰਾ ਪੈਣਾ ਹੈ, ਤੇ ਮੈਂ ਇਹੀ ਅਪੀਲ ਕਰਦਾ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਵੀ ਇਹ ਛੇਤੀ ਹੋਵੇ। ਇੱਥੇ ਗੁਰਦੁਆਰਾ ਸਾਹਿਬਾਨ ਗੁਰਦੁਆਰਿਆਂ ਵਿੱਚ ਅਰਦਾਸ ਲੋਕਾਂ ਨੇ, ਵਿਦੇਸ਼ਾਂ ਵਿੱਚ ਵੀ ਲੋਕ ਇਹੀ ਕਾਮਨਾ ਤੇ ਅਰਦਾਸ ਕਰ ਰਹੇ ਹਨ। ਧੰਨਵਾਦ ਕਰਦੇ ਹਾਂ। ਪਰ ਜਿਵੇਂ ਜਿਵੇਂ ਮੌਸਮ ਬਦਲ ਰਿਹਾ ਹੈ, ਫਿਕਰ ਤੇ ਚਿੰਤਾ ਵੱਧ ਰਹੀ ਹੈ। ਇਸ ਤੋਂ ਇਲਾਵਾ ਕਰੋਨਾ ਕੋਵਿਡ ਵੀ ਥੋੜਾ ਜਿਹਾ ਫੈਲਿਆ ਹੋਇਆ, ਆਪ ਨੂੰ ਪਤਾ ਹੈ। ਤੇ ਫਿਰ ਜੀ ਜੇ ਹੋਰ ਮੌਸਮ ਖਰਾਬ ਹੁੰਦਾ ਹੈ ਜਾਂ ਇਸ ਤਰ੍ਹਾਂ ਦਾ ਟਾਈਮ ਮਾੜਾ ਚੱਲ ਰਿਹਾ ਹੈ ਤਾਂ ਸਰਕਾਰ ਨੂੰ ਵੈਲਫੇਅਰ ਸਟੇਟ ਹੋਣ ਦੇ ਨਾਤੇ ਜਲਦੀ ਦੇਣੇ ਇਸ਼ੂ ਰਿਜ਼ੋਲਵ ਕਰਨਾ ਚਾਹੀਦਾ। ਜੀ ਥੈਂਕ ਯੂ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਯੂ ਹੈਵ ਸਪੇਅਰਡ ਯੋਰ ਟਾਈਮ ਫॉर ਅਸ। ਤੇ ਥੈਂਕ ਯੂ ਮੈਮ, ਥੈਂਕ ਯੂ ਵੈਰੀ ਬਾਕੀ ਮਚ। ਤੁਸੀਂ ਧਿਆਨ ਰੱਖੋ ਆਪਦਾ ਵੀ ਤੇ ਆਪਣੇ ਪਰਿਵਾਰ ਦਾ ਵੀ। ਅਸੀਂ ਫਿਰ ਤੋਂ ਜ਼ਰੂਰ ਮੁਲਾਕਾਤ ਕਰਾਂਗੇ ਤੁਹਾਡੇ ਨਾਲ। ਥੈਂਕ ਯੂ ਸੋ ਮਚ। ਥੈਂਕ ਯੂ ਮੈਮ, ਥੈਂਕ ਯੂ। ਸੋ ਇਹ ਸਨ ਸਾਡੇ ਨਾਲ ਡੀਆਈਜੀ ਪ੍ਰਿਜ਼ਨਸ ਜਿਨ੍ਹਾਂ ਨੇ ਹੁਣੇ ਰਿਜ਼ਾਈਨ ਦਿੱਤਾ ਹੈਗਾ। ਕਿਸਾਨਾਂ ਦੀ ਹਿਮਾਇਤ ਕਰਕੇ ਰਿਜ਼ਾਈਨ ਦੇਣ ਦਾ ਦਾਵਾ ਜਿਹੜਾ ਹੈ ਇਹ ਕਰਦੇ ਹੈਗੇ ਨੇ। ਹਾਲਾਂਕਿ ਇਲਜ਼ਾਮ ਬਹੁਤ ਸਾਰੇ ਲੱਗਦੇ ਨੇ, ਪਰ ਇਹਨਾਂ ਵੱਲੋਂ ਇਹੀ ਕਿਹਾ ਗਿਆ ਹੈ, ਇਹਨਾਂ ਵੱਲੋਂ ਲਗਾਤਾਰ ਇਹੀ ਕਿਹਾ ਗਿਆ ਹੈ ਕਿ ਸਿਰਫ ਤੇ ਸਿਰਫ ਇਸ ਪਿੱਛੇ ਮਨਸ਼ਾ ਜਿਹੜੀ ਰਹੀ ਹੈ ਉਹ ਕਿਸਾਨਾਂ ਦੀ ਹਿਮਾਇਤ ਰਹੀ ਹੈ ਕਿ ਬੀਇੰਗ ਅ ਫਾਰਮਰ ਮੈਂ ਇਹ ਚੀਜ਼ਾਂ ਜਿਹੜੀਆਂ ਨੇ ਬਰਦਾਸ਼ਤ ਨਹੀਂ ਕਰ ਸਕਦਾ। ਸੋ ਸੱਚ ਜਾਂ ਝੂਠ, ਮਿਲਾਵਟ ਜਾਂ ਫਿਰ ਮਿਲਾਵਟ ਨਹੀਂ, ਇਹ ਸਾਰਾ ਕੁਝ ਜਿਹੜਾ ਹੈ ਇਹ ਤੁਸੀਂ ਖੁਦ ਡਿਸਾਈਡ ਕਰਨਾ ਹੁੰਦਾ ਹੈ। ਅਸੀਂ ਤੁਹਾਡੇ ਤੱਕ ਇਨਫੋਰਮੇਸ਼ਨ ਪਹੁੰਚਾ ਦਿੰਦੇ ਹਾਂ ਤੇ ਕੋਸ਼ਿਸ਼ ਕਰਦੇ ਹਾਂ ਹਰ ਉਸ ਇਨਸਾਨ ਨਾਲ, ਹਰ ਉਸ ਸ਼ਖਸ ਨਾਲ ਤੁਹਾਡੀ ਗੱਲ ਕਰਾਉਣ ਦੀ ਜਿਹੜਾ ਕਿ ਇਸ ਵਕਤ ਤੇ ਇਸ ਪੂਰੇ ਸਿਨੈਰੀਓ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਵੀ ਇੰਪੈਕਟ ਜਿਹੜਾ ਹੈ ਉਹ ਪਾ ਰਿਹਾ। ਬਾਕੀ ਤੁਸੀਂ ਆਪ ਦਾ ਬਹੁਤ ਜ਼ਿਆਦਾ ਧਿਆਨ ਰੱਖੋ। ਸਤਿ ਸ਼੍ਰੀ ਅਕਾਲ।